ਆਊਜ਼ ਬਿੱਲਾਹਿ ਮਿਨਸ਼ ਸ਼ੈਤਾਨਿਰ ਰਜੀਮ ਬਿਸਮਿल्लाहिर रहमान रहीम। ਮੇਰੇ ਨਾਲ ਜੀ ਮਹਿਮਾਨ ਨੇ, ਅਸੀਂ ਇਹਨਾਂ ਕੋਲੋਂ ਇਹਨਾਂ ਦਾ ਤਾਰਫ ਚਾਹੁੰਦੇ ਹਾਂ। ਤੇ ਜੀ ਜਨਾਬ, ਆਪਣਾ ਮੁਖਤਸਰ ਜਿਹਾ ਤਾਰਫ ਕਰਾਇਓ, ਆਪਣਾ ਨਾਮ, ਐਡਰੈਸ ਵਗੈਰਾ। ਮੇਰਾ ਨਾਮ ਅਤੀਕੁਰ ਰਹਿਮਾਨ ਘੁੰਮਣ ਹੈ, ਤਹਿਸੀਲ ਚੱਕ ਚੁਮਰਾ, ਚੱਕ ਨੰਬਰ 146 ਦੋਵਾਲਾ, ਜ਼ਿਲ੍ਹਾ ਫੈਸਲਾਬਾਦ ਦਾ ਮੈਂ ਰਹਿਣ ਵਾਲਾ ਹਾਂ। ਅੱਛਾ, ਤੇ ਆਪਣਾ ਅਤੀਕ ਸਾਹਿਬ, ਕੀ ਅੱਜ ਕੱਲ ਆਪਣਾ ਸ਼ੁਗਲ ਹੈ? ਅੱਜ ਕੱਲ ਕੀ ਹੋ ਰਿਹਾ? ਅੱਜ ਕੱਲ ਮੈਂ ਜ਼ਿਮੀਂਦਾਰਾ ਕਰ ਰਿਹਾ, ਸਬਜ਼ੀਆਂ ਲਾ ਰਿਹਾ ਵਾਂ, ਇਹ ਕਾਰੋਬਾਰ ਅੱਜ ਕੱਲ ਸ਼ੁਰੂ ਕੀਤਾ ਹੈ। ਅੱਛਾ ਅਤੀਕ ਸਾਹਿਬ, ਵੇਖਣ ਵਾਲਿਆਂ ਵਾਸਤੇ ਵੇਖੋ ਜੀ, ਕੋਈ ਮੈਸੇਜ ਵੀ ਹੋਣਾ ਚਾਹੀਦਾ, ਗੱਲਬਾਤ ਦਾ ਕੋਈ ਮਕਸਦ ਹੁੰਦਾ ਸਾਡੇ ਬੈਠਣ ਦਾ, ਆਖਰ ਕੋਈ ਮਕਸਦ ਆ ਕਿ ਜਿਹਦੇ ਵਾਸਤੇ ਅਸੀਂ ਭਰਾਵਾਂ ਦੇ ਸਾਹਮਣੇ ਆ। ਤੇ ਮੈਂ ਪੁੱਛਣਾ ਚਾਹਾਂਗਾ ਕਿ ਅੱਜ ਤੋਂ ਕੋਈ ਮਹੀਨਾ 2 ਮਹੀਨੇ ਪਹਿਲੇ ਕੋਈ ਜਿਹੜਾ ਤੁਹਾਡੇ ਨਾਲ ਜਿਹੜਾ ਤੁਸੀਂ ਸਫ਼ਰ ਕੀਤਾ ਹੈ, ਉਹਦੇ ਬਾਰੇ 'ਚ ਕੋਈ ਸਾਨੂੰ ਦੱਸੋ ਤੁਸੀਂ। ਖਾਲਦ ਭਾਈ, ਇਸ ਤਰ੍ਹਾਂ ਹੋਇਆ ਕਿ ਮੇਰੇ ਨਾ ਪੇਟ 'ਚ ਦਰਦ ਹੋਈ ਹੈ, ਤਕਲੀਫ ਹੋਈ ਹੈ, ਤੇ ਅਸੀਂ ਹਸਪੀਟਲ ਆ ਗਏ ਹਾਂ। ਉਹਨਾਂ ਕਿਹਾ ਸਾਨੂੰ ਟੈਸਟ ਕਰਵਾਓ, ਟੈਸਟ ਕਰਵਾਏ ਨੇ, ਕੋਈ ਚੀਜ਼ ਨਹੀਂ ਆਈ। ਅੱਛਾ, ਤੇ ਭਾਈ ਜੀ, ਇਹ ਤੁਸੀਂ ਜਿਹੜੇ ਟੈਸਟ ਕਰਵਾਏ ਸੀ ਉਹ ਬਕਾਇਦਾ ਯਾਨੀ ਕਿ ਕਿਸੇ ਸਰਕਾਰੀ ਹਸਪੀਟਲ ਚੋਂ ਕਰਵਾਏ ਜਾਂ ਪ੍ਰਾਈਵੇਟ ਚੋਂ? ਨੇ ਸਰਕਾਰੀ ਹਸਪੀਟਲ 'ਚ ਕਰਵਾਏ ਨੇ, ਤਹਿਸੀਲ ਹੈਡਕੁਆਟਰ ਚੱਕ ਚੁਮਰਾ ਤੋਂ। ਦੂਸਰੀ ਦਫਾ ਫਿਰ ਮਾਜਰਾ ਆਇਆ ਤੇ ਫਿਰ ਟੈਸਟ ਕਰਵਾਏ, ਤੇ ਉਹਦੇ ਵਿੱਚ ਥੋੜਾ ਬਹੁਤਾ ਜਿਗਰ ਦਾ ਮਸਲਾ ਵੀ ਆਇਆ, ਮੈਦੇ ਦਾ ਵੀ ਆਇਆ, ਤੇ ਪਿੱਤੇ 'ਚ ਪੱਥਰੀਆਂ ਆਈਆਂ। ਤੇ ਭਾਈ ਜਾਨ, ਇਹ ਤੇ ਤੁਸੀਂ, ਤੁਹਾਡੀ ਮੈਂ ਤੇ ਕਹਾਂਗਾ ਬੜੀ ਹਿੰਮਤ ਆ ਕਿ ਤੁਸੀਂ ਜਿਹੜਾ ਮਾਸ਼ਾਅੱਲਾ, ਜਿੱਦਾਂ ਅੱਜ ਮੈਂ ਥੋੜੀ ਵਕਤ ਤੁਹਾਡੇ ਨਾਲ ਗੁਜ਼ਾਰਿਆ, ਤੇ ਜਿੱਦਾਂ ਤੁਸੀਂ ਦੱਸ ਰਹੇ ਜੇ, ਤੁਸੀਂ ਸਾਨੂੰ ਇਹ ਦੱਸੋ ਕਿ ਤੁਸੀਂ ਇਸ ਝੰਜਟ ਦੇ ਵਿੱਚੋਂ, ਇਸ ਬਿਮਾਰੀ ਦੇ ਉੱਤੇ ਗ੍ਰਿਫਤ ਕਿੱਦਾਂ ਪਾਈ? ਭਾਈ ਖਾਲਦ, ਇਸ ਤਰ੍ਹਾਂ ਹੋਇਆ ਨਾ ਕਿ ਜਦੋਂ ਦੂਸਰੀ ਦਫਾ ਮੈਂ ਬਿਮਾਰ ਹੋਇਆ, ਫਿਰ ਟੈਸਟ ਕਰਵਾਏ ਨੇ, ਮੁਕੰਮਲ ਯਕੀਨ ਹੋ ਗਿਆ ਕਿ ਪਿੱਤੇ 'ਚ ਪੱਥਰੀਆਂ ਨੇ। ਡਾਕਟਰ ਨੇ ਕਿਹਾ ਕਿ ਯਾਰ ਇਹਦਾ ਨਾ ਇਲਾਜ ਜਿਹੜਾ ਵੀ ਉਹ ਤੇ ਅਸੀਂ ਬਾਅਦ 'ਚ ਸ਼ੁਰੂ ਕਰਾਂਗੇ, ਤੁਸੀਂ ਪਰਹੇਜ਼ ਸ਼ੁਰੂ ਕਰ ਲਓ। ਮੈਂ ਜੀ ਪਰਹੇਜ਼ ਦੱਸੋ ਤੁਸੀਂ? ਉਹਨਾਂ ਮੈਨੂੰ ਦੱਸਿਆ ਕਿ ਤੁਸੀਂ ਇੰਝ ਕਰੋ ਕਿ ਉਬਾਲ ਕੇ ਪਾਣੀ ਪੀਓ, ਅਗਰ ਉਹ ਠੰਡਾ ਵੀ ਹੋ ਜਾਵੇ ਨਾ ਉਬਲਿਆ ਪਾਣੀ, ਤੇ ਤਾਂ ਵੀ ਪੀਓ। ਵਾਹ ਜੀ ਵਾਹ। ਅੱਛਾ ਭਾਈ ਜਾਨ, ਇਹਦਾ ਮਤਲਬ ਹੈ ਕਿ ਜਿਹੜਾ ਉਬਲਿਆ ਪਾਣੀ ਹੈ, ਇਹਦੇ ਵਿੱਚ ਵੀ ਅੱਲਾਹ ਪਾਕ ਨੇ ਬੜੀ ਸ਼ਫਾ ਤੇ ਬੜੀ ਹਿਕਮਤ ਰੱਖੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜਦੋਂ ਇਨਸਾਨ ਦੀਆਂ ਨਾਲੀਆਂ ਜਿਹੜੀਆਂ ਨੇ ਨਾ ਉਹ ਇਕੱਠੀਆਂ ਹੋ ਜਾਂਦੀਆਂ ਤੇ ਗਰਮ ਪਾਣੀ ਪੀਂਦਾ, ਤੇ ਉਹਦੇ ਨਾਲ ਉਹਦੀਆਂ ਪੇਟ ਦੀਆਂ ਨਾਲੀਆਂ ਜਿਹੜੀਆਂ ਨੇ ਨਾ, ਜਿਹੜੀਆਂ ਸੁੰਗੜੀਆਂ ਹੁੰਦੀਆਂ ਨੇ, ਉਹ ਖੁੱਲ ਜਾਂਦੀਆਂ ਨੇ। ਅੱਛਾ ਭਾਈ ਜਾਨ, ਤੁਸੀਂ ਘੁੰਮਣ ਸਾਹਿਬ ਮੈਨੂੰ ਇਹ ਦੱਸੋ ਕਿ ਜਦੋਂ ਬੰਦਾ ਗਰਮ ਪਾਣੀ, ਯਾਨੀ ਕਿ ਜ਼ਾਹਰ ਆ ਓਨਾ ਕੀ ਉਹ ਗਰਮ ਹੋਣਾ ਚਾਹੀਦਾ ਕਿ ਇਨਸਾਨ ਦੇ ਗਲੇ ਦੇ ਵਿੱਚੋਂ ਲੰਘ ਵੀ ਸਕੇ, ਤੇ ਉਹ ਪਾਣੀ ਪੀ ਕੇ ਤਬੀਅਤ ਨੂੰ ਕੋਈ ਖਰਾਬੀ ਜਾਂ ਬੋਝਲਪਨ ਜਾਂ ਕੋਈ ਹੋਰ ਇਦਾਂ ਦਾ ਮਸਲਾ ਤੇ ਨਹੀਂ ਹੋਇਆ ਤੁਹਾਡੇ ਨਾਲ? ਨਹੀਂ ਭਾਈ ਖਾਲਦ, ਕੋਈ ਮਸਲਾ ਨਹੀਂ। ਅਗਰ ਜ਼ਿਆਦਾ ਪਾਣੀ ਹੈ, ਕਿ ਜਿਸ ਤਰ੍ਹਾਂ ਅਸੀਂ ਚਾਹ ਪੀਂਦੇ ਹਾਂ, ਇਸ ਰੁਕ ਵੀ ਪਾਣੀ ਪੀਤਾ ਜਾ ਸਕਦਾ ਵੇ। ਇਹ ਨਹੀਂ ਕਿ ਉਹਨੂੰ ਗਲਾਸ ਨੂੰ ਇੱਕੋ ਦਫਾ ਖਤਮ ਕਰ ਦੇਣਾ। ਤੁਸੀਂ ਚਾਹ ਦੀ ਮਨੇਨ ਤੇ ਵੀ ਪਾਣੀ ਪੀਓਗੇ ਤੇ ਇੰਝ ਹੀ ਤੁਹਾਨੂੰ ਹਲਕਾ ਫੁਲਕਾ ਆਪਣਾ ਵਜੂਦ ਜਿਹੜਾ ਨਜ਼ਰ ਆਏਗਾ, ਕਿ ਜਿਵੇਂ ਕਿ ਮੈਂ ਬਿਲਕੁਲ ਫਿੱਟ ਹਾਂ। ਦੂਸਰਾ, ਉਹਨਾਂ ਨੂੰ ਸੁਬਾਹ ਕਿਹਾ ਕਿ ਤੁਸੀਂ ਦਹੀਂ ਜਿਹੜਾ ਨਾ ਜ਼ਿਆਦਾ ਇਸਤੇਮਾਲ ਕਰੋ। ਤੀਸਰੇ ਨੰਬਰ ਤੋਂ ਉਹਨਾਂ ਕਿਹਾ ਦਲੀਆ। ਦਲੀਏ ਦੀ ਮੈਂ ਬੜੀ ਤਫਸੀਲ ਪੁੱਛੀ ਉਹਨਾਂ ਕਿਹਾ ਜੀ ਤੁਸੀਂ ਕਣਕ ਦਾ ਦਲੀਆ ਵੀ ਖਾ ਸਕਦੇ ਹੋ, ਜੌਂ ਦਾ ਦਲੀਆ ਵੀ ਖਾ ਸਕਦੇ ਹੋ। ਮਾਸ਼ਾਅੱਲਾ ਭਾਈ, ਜੌਂ ਦਾ ਦਲੀਆ ਜਿਹੜਾ ਆ ਤੁਸੀਂ ਕਹਿ ਰਹੇ ਹੋ ਨਾ, ਜੌਂ ਦਾ ਦਲੀਆ, ਇਹ ਮੈਂ ਇਹ ਗੱਲ ਕਰਨੀ ਚਾਹਾਂਗਾ ਕਿ ਸਾਡੇ ਨਬੀ ਅਕਰਮ ਸੱਲਮ ਨੇ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਜ਼ਿਆਦਾ ਅਨਾਜ ਇਸਤੇਮਾਲ ਕੀਤਾ ਨਾ ਜੀ, ਉਹ ਜੌਂ ਦੀ ਹੀ ਰੋਟੀ ਆ। ਤੇ ਵੇਖੋ, ਜੌਂ ਦੇ ਵਿੱਚ ਅੱਲਾਹ ਪਾਕ ਨੇ ਇੰਨੀ ਸ਼ਫਾ ਰੱਖੀ ਕਿ ਤੁਸੀਂ, ਡਾਕਟਰ ਨੇ ਤੁਹਾਨੂੰ ਇਹ ਮਸ਼ਵਰਾ ਦਿੱਤਾ ਕਿ ਤੁਸੀਂ ਜੌਂ ਦਾ ਦਲੀਆ ਇਸਤੇਮਾਲ ਕਰੋ। ਅੱਲਾਹ ਪਾਕ ਦੇ ਫਜ਼ਲੋ ਕਰਮ ਨਾਲ ਮੈਂ 1.25 ਮਹੀਨਾ ਪਰਹੇਜ਼ ਕੀਤਾ ਹੈ। ਮੇਰੀ ਫੈਮਿਲੀ ਨੇ ਬਹੁਤ ਤਾਵਨ ਕੀਤਾ ਹੈ, ਮੇਰੇ ਅਜ਼ੀਜ਼ੋ ਅਕਾਰਬ ਦੋਸਤਾਂ ਨੇ ਵੀ ਮੇਰੇ ਲਈ ਬਹੁਤ ਜ਼ਿਆਦਾ ਦੁਆਵਾਂ ਕੀਤੀਆਂ ਨੇ। ਉਸ ਤੋਂ ਬਾਅਦ ਮੈਂ ਲਾਈਟ ਹਸਪੀਟਲ 'ਚ ਫਿਰ ਦਾਖਲ ਹੋ ਜਾਣਾ ਕਿ ਯਾਰ ਇਹ ਜਿਹੜਾ ਵੀ ਕੋਈ ਮਾਮਲਾ ਹੈ ਨਾ, ਇਹ ਕਲੀਅਰ ਹੋ ਜਾਏ ਪੱਥਰੀ ਦਾ, ਕਿਉਂਕਿ ਡਾਕਟਰ ਨੇ ਕਿਹਾ ਕਿ ਪਿੱਤੇ ਦੀ ਪੱਥਰੀ ਦਾ ਸਾਡੇ ਕੋਲ ਕੋਈ ਇਲਾਜ ਨਹੀਂ, ਅਸੀਂ ਪਿੱਤੇ ਨੂੰ ਆਪਰੇਟ ਕਰ ਦਿੰਦੇ ਹਾਂ। ਓਏ ਹੋਏ ਹੋਏ, ਇਹ ਤੇ ਭਾਈ ਜੀ ਪਿੱਤੇ ਦਾ ਜਿਹੜਾ ਆਪਰੇਟ ਹੈ ਨਾ ਜੀ, ਇਹ ਤੇ ਵਾਕਈ ਸਾਡੇ ਸੁਣਨ 'ਚ ਇਹੀ ਗੱਲ ਆਉਂਦੀ ਹੈ ਕਿ ਜਿਹੜਾ ਬਾਕੀ ਸਾਰੀਆਂ ਪੱਥਰੀਆਂ ਜਾਂ ਰਸੌਲੀਆਂ ਜਾਂ ਜੋ ਵੀ ਹੈ ਨਾ ਜੀ, ਉਹ
ਯਾਨੀ ਕਿ ਰਿਲੀਜ਼ ਹੋ ਜਾਂਦੀਆਂ ਨੇ। ਮਗਰ ਜਿਹੜੀ ਪਿੱਤੇ ਦੀ ਹੈ ਤਾਂ ਸੁਣਨ ਚ ਮੈਨੂੰ ਹੁਣ ਤੱਕ ਮੈਂ ਇਹੀ ਸੁਣਿਆ ਕਿ ਇਹਦੀ ਪੱਥਰੀ ਹੋਵੇ ਪਿੱਤੇ 'ਚ, ਉਹਨੂੰ ਡਾਕਟਰ ਛੇਤੀ ਹੱਥ ਨਹੀਂ ਪਾਉਂਦੇ, ਬਲਕਿ ਮੁਕੰਮਲ ਪਿੱਤੇ ਨੂੰ ਹੀ ਸਾਫ਼ ਕਰਨਾ ਪੈਂਦਾ। ਕਿਆ ਤੁਹਾਡੇ ਨਾਲ ਵੀ ਉਹ ਡਾਕਟਰ ਇਹੀ ਗੱਲ ਕਹਿ ਰਹੇ ਨੇ? ਬਿਲਕੁਲ, ਮੇਰੇ ਨਾਲ ਵੀ ਡਾਕਟਰ ਨੇ ਇਹੀ ਗੱਲ ਕੀਤੀ ਹੈ। ਲੇਕਿਨ ਜਦੋਂ ਮੈਂ ਦਾਖਲ ਹੋਣ ਤੋਂ ਬਾਅਦ ਉਹਨਾਂ ਫਿਰ ਮੇਰੇ ਟੈਸਟ ਕਰਵਾਏ, ਜੋ ਵੀ ਡਾਕਟਰਾਂ ਦਾ ਆਪਣਾ ਇੱਕ ਤਰੀਕਾਕਾਰ ਹੈ। ਉਹਨਾਂ ਮੇਰੇ ਨਾਲ ਤਕਰੀਬਨ ਕੋਈ ਪ੍ਰੋਫੈਸਰ ਸਮੇਤ ਕਾਫੀ ਉਹਨਾਂ ਦੇ ਡਾਕਟਰ ਸਾਹਿਬ ਜਿਹੜੇ ਨੇ ਨਾਲ ਸ਼ਾਮਲ ਸਨ। ਉਹਨਾਂ ਮੇਰਾ ਇਕੱਲੇ ਵਜੂਦ ਦੇ ਹਿੱਸੇ ਦੇ ਮੁਤਲਕ ਮੇਰੇ ਕੋਲ ਹਿਸਟਰੀ ਵੀ ਪੁੱਛੀ ਹੈ, ਖੁਦ ਵੀ ਚੈੱਕ ਕੀਤਾ, ਜਿਹੜੇ ਉਹਨਾਂ ਟੈਸਟ ਵੀ ਕਰਵਾਏ ਨੇ ਉਹਨਾਂ 'ਚ ਵੀ ਉਹਨਾਂ ਨੂੰ ਕੋਈ ਚੀਜ਼ ਨਹੀਂ ਨਜ਼ਰ ਆਈ। ਫਿਰ ਉਹਨਾਂ ਕਿਹਾ ਕਿ ਹੁਣ ਕੀ ਕੀਤਾ ਜਾ ਸਕਦਾ। ਮੈਂ ਆਖਿਆ ਜੀ, ਉਹਨਾਂ ਆਖਿਆ ਜੀ ਇੱਕ ਟੈਸਟ ਰਹਿ ਗਿਆ, ਸਿਟੀ ਸਕੈਨ ਬਾਡੀ ਦਾ। ਉਹ 2-3 ਦਿਨ ਬਾਅਦ ਹੋਣਾ ਸੀ। ਅੱਜ ਜੁਮਾ ਸੀ, ਹਫਤਾ ਐਤਵਾਰ ਅੱਗੋਂ ਉਹਨਾਂ ਦਾ ਮਾਮਲਾ ਹੈ ਡਾਕਟਰਾਂ ਦਾ, ਸੋਮਵਾਰ ਵਾਲੇ ਦਿਨ ਹੋਣਾ। ਉਹਨਾਂ ਆਖਿਆ ਜੀ ਤੁਸੀਂ ਸਾਨੂੰ ਤਾਂ ਬਿਲਕੁਲ ਫਿੱਟ ਲੱਗਦੇ ਹੋ। ਮੈਂ ਕਿਹਾ ਮੈਂ ਵੀ ਬਿਲਕੁਲ ਫਿੱਟ ਹਾਂ, ਮੈਨੂੰ ਉਹਨਾਂ ਖਾਣਾ ਵੀ ਖਿਲਾਇਆ, ਮੈਂ ਖਾਧਾ, ਕੱਲ੍ਹ ਵੀ ਖਾਣਾ ਖਾਧਾ, ਅੱਜ ਵੀ ਖਾਧਾ, ਮੈਨੂੰ ਕੋਈ ਮਸਲਾ ਮਸਾਇਲ ਨਹੀਂ ਹੋਇਆ। ਅੱਜ ਫਿਰ ਮੈਂ ਉੱਥੋਂ ਛੁੱਟੀ ਲੈ ਕੇ ਆ ਗਿਆ। ਸੋਮਵਾਰ ਵਾਲੇ ਦਿਨ ਉਹ ਸਿਟੀ ਸਕੈਨ ਕਰਨਗੇ, ਉਸ ਤੋਂ ਬਾਅਦ ਪਤਾ ਚੱਲੇਗਾ ਕਿ ਮੈਨੂੰ ਕਿੰਨਾ ਫਾਇਦਾ ਮਿਲਿਆ ਹੈ ਇਸ ਪਰਹੇਜ਼ ਦਾ। ਤੇ ਅੱਲਾਹ ਪਾਕ ਦਾ ਬੜਾ ਆਸਾਨ ਹੈ ਕਿ ਇਸ ਟਾਈਮ ਮੈਂ ਇਸ ਰੋਕੀ ਕਿ ਬਿਲਕੁਲ ਸਿਹਤਯਾਬ ਆ, ਮੈਨੂੰ ਕੋਈ ਤਕਲੀਫ ਨਹੀਂ ਹੈਗੀ। ਮਾਸ਼ਾਅੱਲਾ ਜੀ, ਬੜੀ ਹੀ ਖੁਸ਼ੀ ਦੀ ਗੱਲ ਆ ਕਿ ਤੁਸੀਂ, ਅੱਲਾਹ ਪਾਕ ਨੇ ਤੁਹਾਨੂੰ, ਜੇਕਰ ਤੁਸੀਂ ਖੁਦ ਨੂੰ ਸਿਹਤਮੰਦ ਸਮਝਦੇ ਹੋ ਨਾ ਜੀ, ਤੇ ਸਮਝ ਲਓ ਕਿ ਤੁਸੀਂ ਸਿਹਤਮੰਦ ਹੀ ਹੋ। ਤੁਹਾਡਾ ਯਕੀਨ ਕਾਮਲ ਆ। ਮਾਸ਼ਾਅੱਲਾ, ਤੁਸੀਂ ਜਿਸ ਤਰ੍ਹਾਂ ਹਿੰਮਤ ਦੇ ਨਾਲ ਪਰਹੇਜ਼ ਦੇ ਵਿੱਚ ਤੁਸੀਂ ਜਿਹੜਾ ਨਾ ਜੀ ਹੀ ਸਾਰਾ ਇਸ ਚੀਜ਼ ਨੂੰ ਕਵਰ ਕੀਤਾ, ਤੇ ਅੱਲਾਹ ਪਾਕ ਨੇ ਤੁਹਾਨੂੰ ਸ਼ਿਫਾ ਦਿੱਤੀ। ਤੇ ਮੈਂ ਆਪਣੇ ਸੁਣਨ ਵਾਲਿਆਂ ਲਈ ਵੀ ਇਹੀ, ਸਾਰਿਆਂ ਦੇ ਸਾਹਮਣੇ ਇਹੀ ਗੁਜ਼ਾਰਿਸ਼ ਰੱਖਾਂਗਾ ਕਿ ਇਲਾਜ ਵੀ ਬਿਹਤਰ ਹੈ, ਮਗਰ ਪਰਹੇਜ਼ ਜਿਹੜਾ ਨਾ ਜੀ, ਇਹਨੂੰ ਇਨਸਾਨ ਨੂੰ ਅਪਣਾਉਣਾ ਚਾਹੀਦਾ। ਬੁਰਾਈ ਤੋਂ ਵੀ ਪਰਹੇਜ਼ ਕਰੋ, ਆਲੂਦਗੀ ਨੂੰ ਵੀ ਸਾਨੂੰ ਮੱਦੇਨਜ਼ਰ ਰੱਖਣਾ ਚਾਹੀਦਾ। ਮੁਲਕੋ ਕੌਮ ਦੀ ਖਿਦਮਤ ਤੇ ਇਨਸਾਨੀਅਤ ਦੀ ਖਿਦਮਤ ਵਾਸਤੇ ਜਿੱਦਾਂ ਸਾਡੀ ਆਬਾਦੀ ਵੱਧ ਰਹੀ ਹੈ ਨਾ ਜੀ, ਜ਼ਿਆਦਾਤਰ ਮਾਮਲਾਤ ਇਨਸਾਨ ਦੇ ਸਾਂਸ ਲੈਣ ਨਾਲ ਆਲੂਦਗੀ ਦੇ ਨੇ। ਤੇ ਸਾਨੂੰ ਜਿੱਦਾਂ ਸਾਡੀ ਆਬਾਦੀ ਵੱਧ ਰਹੀ ਹੈ, ਇਸ ਤਰ੍ਹਾਂ ਸਾਨੂੰ ਦਰਖਤਾਂ ਨੂੰ ਵੀ ਵਧਾਉਣਾ ਚਾਹੀਦਾ। ਇਹਦੇ ਨਾਲ ਹੀ ਜਨਾਬ ਅਤੀਕ ਘੁੰਮਣ ਸਾਹਿਬ ਕੋ ਮੈਂ ਇਜਾਜ਼ਤ ਚਾਹਾਂਗਾ, ਤੇ ਆਪਣੇ ਵੇਖਣ ਵਾਲਿਆਂ ਦਾ ਵੀ ਬਹੁਤ ਸ਼ੁਕਰੀਆ। ਚੈਨਲ ਨੂੰ ਸਬਸਕ੍ਰਾਈਬ ਕਰਨਾ, ਬੈਲ ਆਈਕਾਨ ਦਾ ਬਟਨ ਵੀ ਜ਼ਰੂਰ ਦਬਾਇਓ। ਇਹਦੇ ਨਾਲ ਹੀ ਇਜਾਜ਼ਤ ਦਿਓ ਜੀ। ਅੱਲਾਹ ਹਾਫਿਜ਼।